ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 34ਵਾਂ। ਅਕਾਲੀ ਲੀਡਰਸ਼ਿਪ ਦੁਆਰਾ ਜਨ ਸੰਘ ਨੂੰ ਦਿੱਤੀ ਰਿਆਇਤ ਮਾਮੂਲੀ ਨਹੀਂ ਸੀ। ਇਹ ਪੰਜਾਬੀ ਸੂਬੇ ਦੀ ਸਥਾਪਨਾ ਦੇ ਮੂਲ ਉਦੇਸ਼ ਅਤੇ ਭਾਵਨਾ ਦਾ ਕਤਲ ਕਰ ਸੁੱਟਣ ਵਾਲੀ ਗੱਲ ਸੀ, ਕਿਉਂਕਿ ਦੇਖਿਆ ਜਾਵੇ ਤਾਂ ਸਿੱਖ ਕੌਮ ਦੇ ਦ੍ਰਿਸ਼ਟੀਕੋਣ ਤੋਂ ਪੰਜਾਬੀ ਸੂਬੇ ਦੀ ਸਥਾਪਨਾ ਦਾ ਸਭ ਨਾਲੋਂ ਅਹਿਮ ਅਤੇ ਪ੍ਰਮੁੱਖ ਉਦੇਸ਼ ਸਿੱਖ ਧਰਮ ਤੇ ਸੱਭਿਆਚਾਰ ਦੀ ਹਿੰਦੂਵਾਦੀ ਗਲਬੇ ਤੋਂ ਰੱਖਿਆ ਕਰਨੀ ਅਤੇ ਸਿੱਖ ਕੌਮ ਦੇ ਸੁਤੰਤਰ ਵਿਕਾਸ ਲਈ ਅਨੁਕੂਲ ਹਾਲਤਾਂ ਪੈਦਾ ਕਰਨਾ ਸੀ। ਇਸੇ ਵਜ੍ਹਾ ਕਰਕੇ ਹੀ ਹਿੰਦੂਵਾਦੀ ਤਾਕਤਾਂ ਨੇ ਪੰਜਾਬੀ ਸੂਬੇ ਦੀ ਸਥਾਪਨਾ ਦਾ ਰਾਹ ਬੰਦ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਪਰ ਜਦ ਉਹਨਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਭਾਰਤੀ ਹਾਕਮਾਂ ਨੂੰ ਮਜਬੂਰੀ ਵਸ ਪੰਜਾਬ ਦੇ ਪੁਨਰਗਠਨ ਨਾਲ ਸਹਿਮਤੀ ਪ੍ਰਗਟਾਉਣ ਦਾ ਕੌੜਾ ਘੁੱਟ ਭਰਨਾ ਪੈ ਗਿਆ, ਤਾਂ ਹਿੰਦੂਵਾਦੀ ਤਾਕਤਾਂ ਨੇ ਆਪਣੀਆਂ ਫਿਰਕੂ ਕੋਸ਼ਿਸ਼ਾਂ ਦਾ ਮੂੰਹ ਭਾਰਤੀ ਹਾਕਮਾਂ ਵੱਲੋਂ ਮਜਬੂਰੀ ਵਸ ਚੁੱਕੇ ਇਸ ਕਦਮ ਨੂੰ ਬੇਅਸਰ ਕਰਨ ਦੀ ਦਿਸ਼ਾ ਵੱਲ ਘੁਮਾ ਦਿੱਤਾ। ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੂੰ ਇਹ ਗੱਲ ਦੀ ਪੂਰੀ ਸੋਝੀ ਹੈ ਕਿ ਕੌਮਾਂ ਦਾ ਆਚਰਣ ਉਹਨਾਂ ਦੀ ਮਾਂ ਬੋਲੀ ਦੀ ਉੱਨਤੀ ਅਤੇ ਤਕੜਾਈ ਉੱਤੇ ਨਿਰਭਰ ਕਰਦਾ ਹੈ। ਇਸ ਕਰਕੇ ਕਿਸੇ ਕੌਮ ਨੂੰ ਬਲਹੀਣ ਕਰਨ ਦਾ ਸਭ ਤੋਂ ਕਾਰਗਰ ਉਪਾਅ ਉਸ ਦੀ ਬੋਲੀ ਤੇ ਸੱਭਿਆਚਾਰ ਦੇ ਵਿਕਾਸ ਦੇ ਰਾਹ ਬੰਦ ਕਰ ਦੇਣਾ ਹੈ। ਇਸੇ ਸੋਚ ਤੇ ਭਾਵਨਾ ਤਹਿਤ ਹਿੰਦੂਵਾਦੀ ਤਾਕਤਾਂ ਨੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਅੰਦਰ ਪੰਜਾਬੀ ਦੇ ਵਿਰੋਧ ਦੇ ਪੈਂਤੜੇ ਉੱਤੇ ਦੂਣੀ ਦੱਬ ਦੇ ਦਿੱਤੀ। ਉਹਨਾਂ ਪੰਜਾਬ ਅੰਦਰ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਹੱਕ ਦੇਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣ ਦਾ ਦ੍ਰਿੜ ਨਿਸ਼ਚਾ ਕਰ ਲਿਆ। ਇਸ ਕਰਕੇ ਜਦ ਜਨਸੰਘ ਦੀ ਲੀਡਰਸ਼ਿਪ ਨੂੰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠਲੀ ਮਿਲੀ ਜੁਲੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਸਵਾਲ ਪਾਇਆ ਗਿਆ, ਤਾਂ ਉਸ ਨੇ ਆਪਣੀ ਪੰਜਾਬੀ ਦੇ ਜੱਦੀ ਵਿਰੋਧ ਦੀ ਪੋਜੀਸ਼ਨ ਤੋਂ ਸੂਤ ਭਰ ਵੀ ਪਿਛਾਂਹ ਹਟਣ ਤੋਂ ਦ੍ਰਿੜ ਇਨਕਾਰ ਕਰ ਦਿੱਤਾ ਅਤੇ ਪੰਜਾਬੀ ਬੋਲੀ ਦੇ ਤੇ ਸੱਭਿਆਚਾਰ ਦੇ ਵਿਕਾਸ ਦੇ ਸ਼੍ਰੋਮਣੀ ਮਹੱਤਤਾ ਵਾਲੇ ਮਸਲੇ ਨੂੰ 11 ਨੁਕਾਤੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਕਰਨ ਦੀ ਜਿੱਦ ਪੁਗਾ ਕੇ ਹੀ ਸਰਕਾਰ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਪ੍ਰਗਟਾਈ। ਪਰ ਇਤਿਹਾਸ ਦਾ ਕਰੂਰ ਵਿਅੰਗ ਦੇਖੋ ਕਿ ਜਿਹੜੀ ਪਾਰਟੀ 19 ਸਾਲਾਂ ਤੋਂ ਪੰਜਾਬੀ ਸੂਬੇ ਲਈ ਨਿਰੰਤਰ ਜਦੋਜਹਿਦ ਕਰਦੀ ਆ ਰਹੀ ਸੀ, ਉਸ ਦੀ ਲੀਡਰਸ਼ਿਪ ਨੇ ਜਨਸੰਘ ਨਾਲ ਸਮਝੌਤਾ ਕਰਨ ਮੌਕੇ ਪੰਜਾਬ ਅੰਦਰ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਹੱਕ ਦੇਣ ਦੇ ਮਸਲੇ ਨੂੰ ਅਸੂਲ ਦਾ ਮਸਲਾ ਬਣਾਉਣਾ ਜ਼ਰੂਰੀ ਨਾ ਸਮਝਿਆ ਅਤੇ ਹਕੂਮਤੀ ਸੱਤਾ ਦੇ ਲਾਲਚ ਵਿੱਚ ਆ ਕੇ ਜਨਸੰਘ ਦੀ ਫਿਰਕੂ ਜਿੱਦ ਅੱਗੇ ਗੋਡੇ ਟੇਕ ਦੇਣ ਵਿੱਚ ਰਤੀ ਭਰ ਵੀ ਝਿਜਕ ਜਾਂ ਸ਼ਰਮ ਮਹਿਸੂਸ ਨਾ ਕੀਤੀ। ਅਕਾਲੀ ਲੀਡਰਸ਼ਿਪ ਦੁਆਰਾ ਰਾਜ ਭਾਗ ਦੇ ਲੋਭ ਜਾਲ ਵਿੱਚ ਫਸ ਕੇ ਪੰਜਾਬੀ ਬੋਲੀ ਦੇ ਹਿੱਤਾਂ ਦੀ ਰਾਖੀ ਦੇ ਕਾਰਜ ਤੋਂ ਇਸ ਕਦਰ ਮੂੰਹ ਭੁਆ ਲੈਣਾ ਉਸ ਦੀ ਕੋਈ ਮਾਮੂਲੀ ਉਕਾਈ ਜਾਂ ਆਰਜੀ ਥਿੜਕਣਬਾਜ਼ੀ ਨਹੀਂ ਸੀ। ਇਹ ਅਕਾਲੀ ਰਾਜਨੀਤੀ ਦੀ ਰਵਾਇਤੀ ਸੇਧ ਦੇ ਅੰਦਰ ਇੱਕ ਵੱਡੀ ਰੱਦੋ ਬਦਲ ਦਾ ਗੂੰਜਵਾਂ ਸੰਕੇਤ ਸੀ। ਰਾਜਨੀਤੀ ਦੇ ਖੇਤਰ ਅੰਦਰ ਭੁੱਲਾਂ ਪਹਿਲੀ ਅਕਾਲੀ ਲੀਡਰਸ਼ਿਪ ਕੋਲੋਂ ਵੀ ਬਥੇਰੀਆਂ ਹੋਈਆਂ ਸਨ ਅਤੇ ਆਗੂਆਂ ਦੀਆਂ ਵਿਅਕਤੀਗਤ ਕਮਜ਼ੋਰੀਆਂ ਨੇ ਸਿੱਖ ਲਹਿਰ ਨੂੰ ਪਹਿਲਾਂ ਵੀ ਵੱਡੀਆਂ ਫੇਟਾਂ ਮਾਰੀਆਂ ਸਨ। ਪਰ ਇਸ ਦੇ ਬਾਵਜੂਦ ਅਕਾਲੀ ਰਾਜਨੀਤੀ ਅੰਦਰ ਕਿਸੇ ਇੱਕ ਜਾਂ ਦੂਜੇ ਸਮਾਜੀ ਵਰਗ ਦੇ ਜਮਾਤੀ ਆਰਥਿਕ ਹਿੱਤਾਂ ਨੂੰ ਸਿੱਖ ਪੰਥ ਦੇ ਧਾਰਮਿਕ ਤੇ ਸੱਭਿਆਚਾਰਕ ਸਰੋਕਾਰਾਂ ਨਾਲੋਂ
ਪ੍ਰਮੁੱਖਤਾ ਦੇਣ ਦੀ ਕੋਈ ਪਿਰਤ ਨਹੀਂ ਸੀ। ਪੇਂਡੂ ਜ਼ਿਮੀਂਦਾਰ ਵਰਗ ਚੋਂ ਆਈ ਨਵੀਂ ਅਕਾਲੀ ਲੀਡਰਸ਼ਿਪ ਨੇ ਅਕਾਲੀ ਦਲ ਦੀ ਇਸ ਮਰਿਆਦਾ ਨੂੰ ਸਿਰ ਭਾਰ ਖੜਾ ਕਰ ਦਿੱਤਾ। ਕਿਸੇ ਵੀ ਕੌਮੀ ਭਾਈਚਾਰੇ ਦੀ ਰਾਜਸੀ ਲੀਡਰਸ਼ਿਪ ਦਾ ਰਾਜਨੀਤਿਕ ਆਚਾਰ ਤਿੰਨ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਹੈ। ਇੱਕ, ਉਸ ਦੀ ਆਪਣੇ ਭਾਈਚਾਰੇ ਦੇ ਕੌਮੀ ਹਿੱਤਾਂ ਨਾਲ ਪ੍ਰਤੀਬੱਧਤਾ। ਦੂਜਾ, ਉਸ ਦਾ ਆਪਣੇ ਸਮਾਜੀ ਵਰਗ ਦੇ ਜਮਾਤੀ ਆਰਥਿਕ ਹਿੱਤਾਂ ਨਾਲ ਲਗਾਓ। ਤੀਜਾ, ਉਸ ਦੇ ਅੰਦਰ ਮੌਜੂਦ ਨਿੱਜ ਪ੍ਰਸਤੀ ਦੀ ਭਾਵਨਾ। ਕਿਰਦਾਰ ਉਸਾਰੀ ਅੰਦਰ ਇਹਨਾਂ ਤਿੰਨਾਂ ਪੱਖਾਂ ਦਾ ਯੋਗਦਾਨ ਰਲਵਾਂ ਹੁੰਦਾ ਹੈ, ਪਰ ਇਹ ਸਮਾਨ ਨਹੀਂ ਹੁੰਦਾ। ਇਹਨਾਂ ਚੋਂ ਕੋਈ ਇੱਕ ਪੱਖ ਪ੍ਰਧਾਨ ਹੁੰਦਾ ਹੈ ਅਤੇ ਉਸ ਤੋਂ ਹੀ ਲੀਡਰਸ਼ਿਪ ਦਾ ਮੂਲ ਚਰਿੱਤਰ ਨਿਰਧਾਰਿਤ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆ ਪੇਂਡੂ ਜ਼ਿਮੀਂਦਾਰ ਵਰਗ ਚੋਂ ਆਈ ਨਵੀਂ ਅਕਾਲੀ ਲੀਡਰਸ਼ਿਪ ਦੀ ਖਾਸ ਗੱਲ ਇਹ ਹੈ ਕਿ ਉਸ ਨੂੰ ਸਿੱਖ ਪੰਥ ਦੇ ਆਮ ਕੌਮੀ ਹਿੱਤਾਂ ਨਾਲੋਂ ਆਪਣੇ ਜਮਾਤੀ ਆਰਥਿਕ ਹਿੱਤ ਕਿਤੇ ਵੱਧ ਪਿਆਰੇ ਸਨ। ਇਸ ਕਰਕੇ ਮਸਲਾ ਹਕੂਮਤੀ ਸੱਤਾ ਹਾਸਲ ਕਰਨ ਦਾ ਹੋਵੇ ਜਾਂ ਇਸ ਦਾ ਇਸਤੇਮਾਲ ਕਰਨ ਦਾ, ਦੋਨੋਂ ਹੀ ਮਾਮਲਿਆਂ 'ਚ ਉਸਨੇ ਪੰਥ ਦੇ ਕੌਮੀ ਹਿੱਤਾਂ ਨਾਲੋਂ ਆਪਣੀਆਂ ਜਮਾਤੀ ਗਰਜ਼ਾਂ ਅਤੇ ਲੋੜਾਂ ਨੂੰ ਪ੍ਰਮੁੱਖਤਾ ਦੇਣ ਦੀ ਅਡੋਲ ਪ੍ਰਵਿਰਤੀ ਪ੍ਰਗਟਾਈ ਹੈ। 1967 ਵਿੱਚ ਪੰਜਾਬ ਦੀਆਂ ਗੈਰ ਕਾਂਗਰਸੀ ਧਿਰਾਂ ਦੁਆਰਾ ਪ੍ਰਵਾਨ ਕੀਤੇ ਗਏ 11 ਨੁਕਾਤੀ ਪ੍ਰੋਗਰਾਮ ਉੱਤੇ ਸਰਸਰੀ ਨਜ਼ਰ ਮਾਰਿਆਂ ਹੀ ਨਵੀਂ ਅਕਾਲੀ ਲੀਡਰਸ਼ਿਪ ਦਾ ਇਹ ਝੁਕਾਅ ਸਾਫ਼ ਪਛਾਣਿਆ ਜਾ ਸਕਦਾ ਹੈ। ਪ੍ਰੋਗਰਾਮ ਨੂੰ ਪੜ੍ਹਿਆਂ ਇਹ ਪ੍ਰਭਾਵ ਬਣਦਾ ਹੈ ਜਿਵੇਂ ਅਕਾਲੀ ਦਲ ਦੁਆਰਾ ਹਕੂਮਤੀ ਸੱਤਾ ਹਾਸਲ ਕਰਨ ਦਾ ਇੱਕਮਾਤਰ ਉਦੇਸ਼ ਕਿਸਾਨ ਵਰਗ ਦੇ ਜਮਾਤੀ ਆਰਥਿਕ ਹਿੱਤਾਂ ਦੀ ਰੱਖਿਆ ਕਰਨਾ ਹੈ। ਪ੍ਰੋਗਰਾਮ ਅੰਦਰ ਸਿੱਖ ਕੌਮ ਦੇ ਧਾਰਮਿਕ ਤੇ ਸੱਭਿਆਚਾਰਕ ਸਰੋਕਾਰਾਂ ਦਾ ਕਿਤੇ ਇਸ਼ਾਰੇ ਮਾਤਰ ਵੀ ਜ਼ਿਕਰ ਦਿਖਾਈ ਨਹੀਂ ਦਿੰਦਾ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਇਹ ਪ੍ਰੋਗਰਾਮ ਅਲੱਗ-ਅਲੱਗ ਵਿਚਾਰਧਾਰਾ ਨੂੰ ਪਰਨਾਈਆਂ ਰਾਜਸੀ ਧਿਰਾਂ ਦਾ ਸਮਝੌਤਾ ਦਸਤਾਵੇਜ਼ ਸੀ ਜੋ ਅਕਾਲੀ ਦਲ ਦੇ ਸੰਪੂਰਨ ਨੁਕਤਾ ਨਜ਼ਰ ਨੂੰ ਰੂਪਮਾਨ ਨਹੀਂ ਸੀ ਕਰ ਸਕਦਾ, ਬਲਕਿ ਸਭਨਾਂ ਧਿਰਾਂ ਦੀ ਸਹਿਮਤੀ ਵਾਲੇ ਨੁਕਤਿਆਂ ਦੀ ਹੀ ਗੱਲ ਕਰਦਾ ਸੀ। ਪਰ ਕਈ ਵੇਰਾਂ ਕਿਸੇ ਰਾਜਸੀ ਧਿਰ ਦੇ ਹਕੀਕੀ ਕਿਰਦਾਰ ਨੂੰ ਸਮਝਣ ਲਈ ਅਜਿਹੇ ਸਮਝੌਤਾ ਦਸਤਾਵੇਜ਼ ਕਿਤੇ ਜ਼ਿਆਦਾ ਉਪਯੋਗੀ ਸਾਬਤ ਹੁੰਦੇ ਹਨ। ਜਿੱਥੇ ਇਹ ਗੱਲ ਠੀਕ ਹੈ ਕਿ ਸਮਝੌਤੇ ਰਾਜਨੀਤੀ ਦਾ ਜ਼ਰੂਰੀ ਅੰਗ ਹੁੰਦੇ ਹਨ, ਉੱਥੇ ਨਾਲ ਹੀ ਇਹ ਗੱਲ ਵੀ ਚੇਤੇ ਰਹਿਣੀ ਚਾਹੀਦੀ ਹੈ ਕਿ ਹਰ ਸਮਝੌਤੇ ਨੂੰ ਬਿਨਾਂ ਛੋਟ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ। ਕਿਸੇ ਵੀ ਸਮਝੌਤੇ ਦੇ ਸੰਬੰਧ ਵਿੱਚ ਕੁੱਲ ਤੋਂ ਅਹਿਮ ਤੇ ਨਿਰਣਾਇਕ ਗੱਲ ਇਹ ਹੁੰਦੀ ਹੈ ਕਿ ਉਸ ਦੇ ਜ਼ਰੀਏ ਰਾਜਸੀ ਧਿਰ ਦੇ ਹਿੱਤਾਂ ਦੀ ਪੂਰਨ ਰੂਪ ਵਿੱਚ ਪੂਰਤੀ ਭਲੇ ਹੀ ਨਾ ਹੁੰਦੀ ਹੋਵੇ, ਪਰ ਉਹ ਸੰਬੰਧਿਤ ਧਿਰ ਦੇ ਜ਼ਰੂਰੀ ਹਿੱਤਾਂ ਦੇ ਉਲਟ ਕਦਾਚਿਤ ਨਹੀਂ ਭੁਗਤਣਾ ਚਾਹੀਦਾ। ਇਸ ਤਰ੍ਹਾਂ ਸਮਝੌਤੇ ਦਾ ਅਮਲ ਕਿਸੇ ਰਾਜਸੀ ਧਿਰ ਬਾਰੇ ਇਸ ਅਨੁਮਾਨ ਲਾਉਣ ਵਿੱਚ ਸਹਾਈ ਹੁੰਦਾ ਹੈ ਕਿ ਉਹ ਆਪਣੇ ਜ਼ਰੂਰੀ ਹਿੱਤਾਂ ਬਾਰੇ ਕਿੰਨੀ ਕੁ ਸੁਚੇਤ ਹੈ ਅਤੇ ਉਸ ਅੰਦਰ ਇਹਨਾਂ ਹਿੱਤਾਂ ਉੱਤੇ ਪਹਿਰਾ ਦੇਣ ਦੀ ਕਿੰਨੀ ਕੁ ਸਿਆਸੀ ਦ੍ਰਿੜਤਾ ਹੈ। ਅਕਾਲੀ ਲੀਡਰਸ਼ਿਪ ਬਾਰੇ ਆਮ ਧਾਰਨਾ ਹੈ ਕਿ ਉਹ ਲੜਨ ਵਿੱਚ ਜਿੰਨੀ ਸਮਰੱਥ ਹੈ, ਸਮਝੌਤੇ ਦੇ ਮਾਮਲੇ ਵਿੱਚ ਓਨੀ ਹੀ ਨਖਿੱਧ। ਅਕਾਲੀ ਲੀਡਰਸ਼ਿਪ ਬਾਰੇ ਇੱਕ ਹੋਰ ਇੰਨੀ ਹੀ ਮਕਬੂਲ ਧਾਰਨਾ ਇਹ ਹੈ ਕਿ ਉਹ ਰਾਜਸੀ ਸੱਤਾ ਉੱਤੇ ਪਹੁੰਚਣ ਲਈ ਜੋ ਲੁਭਾਉਣੇ ਨਾਅਰੇ ਦਿੰਦੀ ਹੈ, ਰਾਜਸੀ ਸੱਤਾ ਉੱਤੇ ਕਾਬਜ ਹੁੰਦਿਆਂ ਹੀ ਉਹਨਾਂ ਨੂੰ ਚੇਤੇ ਚੋਂ ਵਿਸਾਰ ਦਿੰਦੀ ਹੈ। ਇਹਨਾਂ ਧਾਰਨਾਵਾਂ ਬਾਰੇ ਦੋ ਗੱਲਾਂ ਅਹਿਮ ਹਨ। ਇੱਕ ਤਾਂ ਇਹ ਦੋਨੋਂ ਗੱਲਾਂ ਉੱਕਾ ਹੀ ਅਲੱਗ-ਅਲੱਗ ਨਹੀਂ ਸਗੋਂ ਆਪਸ ਵਿੱਚ ਗੂੜੀ ਤਰ੍ਹਾਂ ਜੁੜੀਆਂ ਹੋਈਆਂ ਹਨ। ਦੂਜਾ ਇਹ ਸਚਾਈ ਨੂੰ ਅੱਧ ਪਚੱਦੇ ਅਤੇ ਉਗੜੇ ਦੁਗੜੇ ਰੂਪ ਵਿੱਚ ਹੀ ਰੂਪਮਾਨ ਕਰਦੀਆਂ ਹਨ, ਸੰਪੂਰਨ ਅਤੇ ਸੰਵਰੇ ਨਿਖਰੇ ਰੂਪ ਵਿੱਚ ਨਹੀਂ। ਇਹ ਗੱਲ ਠੀਕ ਹੈ ਕਿ ਅਕਾਲੀ ਲੀਡਰਸ਼ਿਪ ਜਦ ਵੀ ਹਿੰਦੂ ਵਰਗ ਜਾਂ ਹਿੰਦੂ ਹਾਕਮਾਂ ਨਾਲ ਸਮਝੌਤਾ ਕਰਦੀ ਹੈ ਤਾਂ ਉਹ ਹਮੇਸ਼ਾ ਕੁਝ ਅਤੀ ਅਹਿਮ ਮੁੱਦਿਆਂ ਨੂੰ ਲਾਂਭੇ ਛੱਡ ਦਿੰਦੀ ਹੈ। ਇਸੇ ਤਰ੍ਹਾਂ
ਜਦ ਉਹ ਹਕੂਮਤੀ ਕੁਰਸੀਆਂ ਉੱਤੇ ਬਿਰਾਜਮਾਨ ਹੁੰਦੀ ਹੈ ਤਾਂ ਅਕਸਰ ਆਪਣੇ ਕੁਝ ਐਲਾਨੇ ਉਦੇਸ਼ਾਂ ਤੇ ਨਾਅਰਿਆਂ ਨੂੰ ਚੇਤੇ ਚੋਂ ਵਿਸਾਰ ਦਿੰਦੀ ਹੈ। ਪਰ ਇਸ ਦਾ ਇਹ ਮਤਲਬ ਕਦਾਚਿਤ ਨਹੀਂ ਕਿ ਉਸ ਨੂੰ ਸਮਝੌਤਾ ਕਰਨ ਵੇਲੇ ਆਪਣੇ ਹਿੱਤਾਂ ਦੀ ਕੋਈ ਸੁੱਧ ਬੁੱਧ ਹੀ ਨਹੀਂ ਰਹਿੰਦੀ, ਜਾਂ ਰਾਜ ਸੱਤਾ ਉੱਤੇ ਕਾਬਜ ਹੋਣ ਤੋਂ ਬਾਅਦ ਉਹ ਸਭ ਕੁਝ ਹੀ ਭੁੱਲ ਭੁਲਾ ਜਾਂਦੀ ਹੈ। ਉਸ ਦੀ ਇਸ ਭੁੱਲ ਭੁਲਾ ਜਾਣ ਅਤੇ ਚੇਤੇ ਰੱਖਣ ਦੀ ਰਾਜਨੀਤੀ ਦਾ ਇੱਕ ਨਿਸ਼ਚਿਤ ਪੈਟਰਨ ਹੈ। ਹਿੰਦੂ ਵਰਗ ਨਾਲ ਆਪਣੀਆਂ ਰਾਜਸੀ ਪ੍ਰੀਤਾਂ ਪਾਉਣ ਅਤੇ ਨਿਭਾਉਣ ਲਈ ਉਸ ਨੂੰ ਜੇ ਕਦੇ ਕੁਝ ਛੱਡਣ ਜਾਂ ਭੁੱਲਣ ਦੀ ਲੋੜ ਪਈ ਤਾਂ ਉਸਨੇ ਹਮੇਸ਼ਾ ਸਿੱਖ ਪੰਥ ਦੇ ਆਮ ਹਿੱਤਾਂ ਦੀ ਬਲੀ ਦੇਣ ਅਤੇ ਆਪਣੇ ਜਮਾਤੀ ਹਿੱਤਾਂ ਦੀ ਸਾਵਧਾਨੀ ਨਾਲ ਰੱਖਿਆ ਕਰਨ ਦਾ ਅਡੋਲ ਪੈਂਤੜਾ ਅਪਣਾਇਆ। ਉਸ ਦੀ ਚੋਣ ਸਪਸ਼ਟ ਹੈ। ਸਮਝੌਤਾ ਕਰਨ ਵੇਲੇ ਉਹ ਜਿਨ੍ਹਾਂ ਜ਼ਰੂਰੀ ਹਿੱਤਾਂ ਦਾ ਖਿਆਲ ਰੱਖਦੀ ਹੈ ਉਹ ਕਿਸਾਨ ਵਰਗ ਦੇ, ਖਾਸ ਕਰਕੇ ਇਸ ਦੀਆਂ ਧਨਾੜ ਪਰਤਾਂ ਦੇ ਜਮਾਤੀ ਆਰਥਿਕ ਹਿੱਤ ਹਨ, ਅਤੇ ਹਿੰਦੂ ਵਰਗ ਤੇ ਹਿੰਦੂ ਹਾਕਮਾਂ ਦੀ ਸੰਤੁਸ਼ਟੀ ਲਈ ਉਹ ਜਿਨ੍ਹਾਂ ਗੈਰ ਜ਼ਰੂਰੀ ਹਿੱਤਾਂ ਵੱਲ ਆਪਣੀ ਪਿੱਠ ਕਰ ਲੈਂਦੀ ਹੈ ਉਹ ਸਿੱਖ ਪੰਥ ਦੇ ਆਮ ਕੌਮੀ ਹਿੱਤ ਹਨ। 1967 ਵਿੱਚ ਪੰਜਾਬ ਦਾ ਹਿੰਦੂ ਵਰਗ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਮਸਲਿਆਂ ਉੱਤੇ ਅਕਾਲੀ ਦਲ ਨੂੰ ਨਹੁੰ ਜਿੰਨੀ ਵੀ ਰਿਆਇਤ ਦੇਣ ਲਈ ਰਾਜ਼ੀ ਨਹੀਂ ਸੀ। ਜ਼ਿਮੀਂਦਾਰਾ ਵਰਗ ਚੋਂ ਆਈ ਨਵੀਂ ਅਕਾਲੀ ਲੀਡਰਸ਼ਿਪ ਲਈ ਵੀ ਇਹ ਮਸਲੇ ਪ੍ਰਮੁੱਖ ਨਹੀਂ ਬਲਕਿ ਦੋਮ ਦਰਜੇ ਦੀ ਅਹਿਮੀਅਤ ਰੱਖਦੇ ਸਨ। ਇਸ ਲਈ ਬਾਵਜੂਦ ਇਸ ਤੱਥ ਦੇ ਕਿ ਅਕਾਲੀ ਦਲ 19 ਵਰ੍ਹਿਆਂ ਤੋਂ ਇਨ੍ਹਾਂ ਹੀ ਮਸਲਿਆਂ ਉੱਤੇ ਹਿੰਦੂ ਤਾਕਤਾਂ ਵਿਰੁੱਧ ਨਿਰੰਤਰ ਜਦੋਜਹਿਦ ਕਰਦਾ ਆ ਰਿਹਾ ਸੀ, ਅਕਾਲੀ ਲੀਡਰਸ਼ਿਪ ਨੂੰ ਇਨ੍ਹਾਂ ਮਸਲਿਆਂ ਵੱਲ ਪਿੱਠ ਕਰਕੇ ਹਕੂਮਤੀ ਆਸਣ ਗ੍ਰਹਿਣ ਕਰਨ ਵਿੱਚ ਭੋਰਾ ਜਿੰਨੀ ਵੀ ਦਿੱਕਤ ਜਾਂ ਚੁਭਣ ਮਹਿਸੂਸ ਨਹੀਂ ਹੋਈ। ਕਾਰਨ ਇਹ ਕਿ ਪਹਿਲੀ ਲੀਡਰਸ਼ਿਪ ਦੀ ਤੁਲਨਾ ਵਿੱਚ ਨਵੀਂ ਅਕਾਲੀ ਲੀਡਰਸ਼ਿਪ ਲਈ ਸਿੱਖ ਧਰਮ ਅਤੇ ਸੱਭਿਆਚਾਰ ਦੀ ਰਾਖੀ ਦਾ ਕਾਰਜ ਓਨਾ ਅਹਿਮ ਨਹੀਂ ਸੀ ਰਿਹਾ। ਉਸ ਲਈ ਆਪਣੇ ਜਮਾਤੀ ਆਰਥਿਕ ਹਿੱਤਾਂ ਦੀ ਰਾਖੀ ਦਾ ਕਾਰਜ ਕਿਤੇ ਵੱਧ ਅਹਿਮੀਅਤ ਅਖਤਿਆਰ ਕਰ ਗਿਆ ਸੀ। ਇਸ ਕਰਕੇ ਉਸਨੇ 11 ਨੁਕਾਤੀ ਪ੍ਰੋਗਰਾਮ ਅੰਦਰ ਖੇਤੀ ਪੈਦਾਵਾਰ ਵਿੱਚ ਵਾਧੇ ਲਈ ਕਿਸਾਨਾਂ ਨੂੰ ਉਚੇਚਾ ਉਤਸ਼ਾਹ ਦੇਣ ਅਤੇ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ ਮਾਲੀਆ ਮਾਫ ਕਰਨ ਦੀਆਂ ਮੱਦਾਂ ਸ਼ਾਮਲ ਕਰਾਉਣ ਵਿੱਚ ਉਚੇਚੀ ਦਿਲਚਸਪੀ ਪ੍ਰਗਟਾਈ। ਅਕਾਲੀ ਲੀਡਰਸ਼ਿਪ ਦੁਆਰਾ ਸਾਂਝੇ ਪ੍ਰੋਗਰਾਮ ਅੰਦਰ ਇਹ ਕਿਸਾਨ ਪੱਖੀ ਮੱਦਾਂ ਸ਼ਾਮਲ ਕਰਨ ਉੱਤੇ ਜ਼ੋਰ ਦੇਣਾ ਆਪਣੇ ਆਪ ਵਿੱਚ ਕੋਈ ਬੁਰਾਈ ਨਹੀਂ ਬਣਦੀ, ਪਰ ਜਦ ਇੱਕ ਵਰਗ ਵਿਸ਼ੇਸ਼ ਦੇ ਜਮਾਤੀ ਆਰਥਿਕ ਹਿੱਤਾਂ ਨੂੰ ਪੰਥ ਦੇ ਬੁਨਿਆਦੀ ਹਿੱਤਾਂ ਨਾਲੋਂ ਉੱਪਰ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਪੰਥਕ ਕਾਜ ਨੂੰ ਯਕੀਨਨ ਹੀ ਗਹਿਰੀ ਢਾਹ ਲੱਗਦੀ। ਇਸ ਕਰਕੇ ਅਕਾਲੀ ਦਲ ਨੂੰ ਜਦ ਵੀ ਰਾਜ ਕਰਨ ਦਾ ਮੌਕਾ ਮਿਲਿਆ ਤਾਂ ਉਸਨੇ ਪੇਂਡੂ ਖੇਤਰ ਦੇ ਵਿਕਾਸ ਅਤੇ ਕਿਸਾਨ ਵਰਗ ਦੀ ਬਿਹਤਰੀ ਲਈ ਯਕੀਨਨ ਕੁਝ ਕਾਬਲੇ ਤਾਰੀਫ ਕਦਮ ਉਠਾਏ, ਪਰ ਇਹ ਕੁਝ ਕਰਦਿਆਂ ਹੋਇਆਂ ਉਸਨੇ ਸਿੱਖ ਧਰਮ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸਿੱਖ ਕੌਮ ਦੇ ਬੁਨਿਆਦੀ ਹਿੱਤਾਂ ਦੀ ਰੱਖਿਆ ਕਰਨ ਦੇ ਕਾਰਜ ਤੋਂ ਬੁਰੀ ਤਰ੍ਹਾਂ ਮੂੰਹ ਮੋੜੀ ਰੱਖਿਆ। ਨਤੀਜੇ ਵਜੋਂ 60ਵਿਆਂ 'ਚ ਆ ਕੇ ਪੰਜਾਬ ਅੰਦਰ ਅਕਾਲੀ ਦਲ ਦੇ ਇੱਕ ਮਜ਼ਬੂਤ ਰਾਜਸੀ ਤਾਕਤ ਬਣ ਕੇ ਉੱਭਰ ਆਉਣ ਦੇ ਬਾਵਜੂਦ ਸਿੱਖੀ ਦਾ ਬੂਟਾ ਲਗਾਤਾਰ ਮੁਰਝਾਉਂਦਾ ਚਲਾ ਗਿਆ ਅਤੇ ਖਾਲਸਾ ਪੰਥ ਦੀ ਜਨਮ ਭੂਮੀ ਉੱਤੇ ਸਿੱਖ ਦੋਖੀ ਰੁਝਾਨ ਤੇ ਸੱਭਿਆਚਾਰ ਬਿਨਾਂ ਰੋਕ ਟੋਕ ਫਲਦੇ ਫੁੱਲਦੇ ਰਹੇ। ਸਿਰਲੇਖ ਪੰਜਾਬੀ ਬੋਲੀ ਦੀ ਅਣਦੇਖੀ। ਸਿੱਖ ਲੀਡਰਸ਼ਿਪ ਜਿੰਨੀ ਪੰਥਕ ਹਿੱਤਾਂ ਪ੍ਰਤੀ ਬੇਵਾਸਤਾ ਸੀ, ਹਿੰਦੂ ਲੀਡਰਸ਼ਿਪ ਆਪਣੇ ਫਿਰਕੂ ਉਦੇਸ਼ਾਂ ਪ੍ਰਤੀ ਉਨੀ ਹੀ ਸੁਚੇਤ ਤੇ ਦ੍ਰਿੜ ਸੀ। ਜਦ ਲਛਮਣ ਸਿੰਘ ਗਿੱਲ ਜੋ ਆਪਣੇ ਕੁਝ ਸਾਥੀ ਵਿਧਾਇਕਾਂ ਸਮੇਤ ਨਵੰਬਰ 1967 ਵਿੱਚ ਅਕਾਲੀ ਦਲ ਚੋਂ ਬਗਾਵਤ ਕਰਕੇ ਕਾਂਗਰਸ ਦੀ ਮਦਦ ਨਾਲ ਜਸਟਿਸ ਗੁਰਨਾਮ ਸਿੰਘ ਕੋਲੋਂ ਮੁੱਖ ਮੰਤਰੀ ਦਾ ਆਸਣ ਹਥਿਆਉਣ 'ਚ ਸਫਲ ਹੋ ਗਿਆ ਸੀ, ਨੇ ਪੰਜਾਬੀ ਹਿੰਦੂ ਵਰਗ ਦੇ ਤਿੱਖੇ ਵਿਰੋਧ ਦੇ ਬਾਵਜੂਦ 28 ਦਸੰਬਰ 1967 ਨੂੰ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਦਾ ਬਾਕਾਇਦਾ ਐਲਾਨ ਕਰ ਦਿੱਤਾ ਤਾਂ ਪੰਜਾਬ ਅੰਦਰਲੇ ਹਿੰਦੂ ਕੱਟੜਪੰਥੀ ਲਾਣੇ ਨੇ ਪੰਜਾਬੀ ਦੇ ਵਿਰੋਧ ਦੀ ਪੋਜੀਸ਼ਨ ਉੱਤੇ ਅਡੋਲ ਰਹਿੰਦੇ ਹੋਏ ਬਦਲੀ ਹੋਈ ਹਾਲਤ ਮੁਤਾਬਕ ਆਪਣੇ ਪੈਂਤੜੇ ਅੰਦਰ ਲੋੜੀਂਦੀ ਤਬਦੀਲੀ ਲੈ ਆਂਦੀ।
ਹੁਣ ਉਸਨੇ ਆਪਣਾ ਪੂਰਾ ਤਾਣ ਗਿੱਲ ਸਰਕਾਰ ਦੁਆਰਾ ਲਏ ਗਏ ਇਸ ਫੈਸਲੇ ਨੂੰ ਅਰਥਹੀਣ ਬਣਾ ਕੇ ਰੱਖ ਦੇਣ ਉੱਤੇ ਲਾ ਦਿੱਤਾ। ਇਸ ਮੰਤਵ ਲਈ ਉਸ ਨੇ ਪੰਜਾਬ ਅੰਦਰ ਹਿੰਦੀ ਦੇ ਹਿੱਤਾਂ ਦੀ ਰੱਖਿਆ ਦਾ ਫਿਰਕੂ ਤੇ ਫਰੇਬੀ ਮੁੱਦਾ ਚੁੱਕ ਲਿਆ। ਇਹ ਭਾਰਤ ਦੇ ਅੰਦਰ ਅਤੇ ਸ਼ਾਇਦ ਸੰਸਾਰ ਅੰਦਰ ਹੀ ਆਪਣੇ ਆਪ ਵਿੱਚ ਇੱਕ ਅਵੱਲੀ ਤੇ ਨਿਵੇਕਲੀ ਘਟਨਾ ਸੀ। ਦੇਸ਼ ਅੰਦਰ ਹੋਰ ਕਿਸੇ ਵੀ ਰਾਜ ਅੰਦਰ ਮਾਂ ਬੋਲੀ ਦੇ ਮੁਕਾਬਲੇ ਹਿੰਦੀ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਨਹੀਂ ਸੀ ਉੱਠਿਆ। ਭਾਰਤ ਦੇ ਅੰਦਰ ਹਿੰਦੀ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਜੇਕਰ ਅਤੇ ਜਿੱਥੇ ਕਿਤੇ ਵੀ ਉੱਠਿਆ ਅੰਗਰੇਜ਼ੀ ਦੇ ਸੰਦਰਭ ਵਿੱਚ ਹੀ ਉੱਠਿਆ। ਪੰਜਾਬ ਨੂੰ ਛੱਡ ਕੇ ਹੋਰ ਕਿਸੇ ਵੀ ਰਾਜ ਅੰਦਰ ਕਿਸੇ ਵਰਗ ਵੱਲੋਂ ਰਾਜ ਭਾਸ਼ਾ ਦੇ ਵਿਕਾਸ ਨੂੰ ਹਿੰਦੀ ਦੇ ਹਿੱਤਾਂ ਲਈ ਹਾਨੀਕਾਰਕ ਸਮਝਣ ਦੀ ਇੱਕ ਵੀ ਉਦਾਹਰਣ ਸਾਹਮਣੇ ਨਹੀਂ ਆਈ। ਅਸਲ ਵਿੱਚ ਦੇਸ਼ ਅੰਦਰ ਪੰਜਾਬੀ ਤੋਂ ਬਿਨਾਂ ਹੋਰ ਕਿਸੇ ਵੀ ਭਾਸ਼ਾ ਦਾ ਇਸ ਕਦਰ ਫਿਰਕੂ ਵਿਰੋਧ ਨਹੀਂ ਹੋਇਆ। ਇਸ ਤੋਂ ਬਿਨਾਂ ਹੋਰ ਕੋਈ ਕਾਰਨ ਨਹੀਂ ਕਿ ਪੰਜਾਬੀ ਦੇ ਵਿਕਾਸ ਨਾਲ ਹਿੰਦੂਵਾਦੀ ਤਾਕਤਾਂ ਦੇ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਮਲੀਆ ਮੇਟ ਕਰਕੇ ਇਸ ਨੂੰ ਹਿੰਦੂ ਸਮਾਜ ਅੰਦਰ ਜਜ਼ਬ ਕਰ ਲੈਣਾ ਤੇ ਜਜ਼ਬ ਕਰ ਲੈਣ ਦੇ ਫਿਰਕੂ ਦੇਸ਼ਾਂ ਨੂੰ ਢਾਹ ਲੱਗਦੀ ਹੈ। ਜੋ ਜਦ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਕਿਸੇ ਵੀ ਪੱਜ ਪੰਜਾਬੀ ਦਾ ਵਿਰੋਧ ਕਰ ਰਹੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਅਸਲੀ ਨਿਸ਼ਾਨਾ ਹੋਰ ਹੁੰਦਾ ਹੈ। ਉਹ ਪੰਥ ਦੀ ਨਿਆਰੀ ਹਸਤੀ ਨੂੰ ਖਤਮ ਕਰਨ ਦੀਆਂ ਹੀ ਕੁਚਾਲਾਂ ਚੱਲ ਰਹੀਆਂ ਹੁੰਦੀਆਂ ਹਨ। 1969 ਵਿੱਚ ਜਦ ਅਕਾਲੀ ਦਲ ਨੂੰ ਇੱਕ ਵਾਰ ਫਿਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਜਨਸੰਘ ਨਾਲ ਰਲ ਕੇ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਅਕਾਲੀ ਲੀਡਰਸ਼ਿਪ ਦੀ ਉਪਰੋਕਤ ਕਮਜ਼ੋਰੀ ਤੇ ਕਰੂਚੀ ਹੋਰ ਵੀ ਵੱਧ ਉਗੜ ਕੇ ਸਾਹਮਣੇ ਆਈ। ਜਨਸੰਘ ਨੇ ਅਕਾਲੀ ਲੀਡਰਸ਼ਿਪ ਕੋਲੋਂ ਪੰਜਾਬ ਅੰਦਰ ਹਿੰਦੀ ਦੇ ਹਿੱਤਾਂ ਦੀ ਰੱਖਿਆ ਬਾਰੇ ਸਪਸ਼ਟ ਯਕੀਨ ਦਹਾਨੀ ਹਾਸਲ ਕਰਨ ਤੋਂ ਬਾਅਦ ਹੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਪ੍ਰਗਟਾਈ। ਦੋਵਾਂ ਪਾਰਟੀਆਂ ਦੁਆਰਾ ਤਿਆਰ ਕੀਤੇ ਗਏ 10 ਨੁਕਾਤੀ ਸਾਂਝੇ ਘੱਟੋ ਘੱਟ ਪ੍ਰੋਗਰਾਮ ਅੰਦਰ ਹਿੰਦੂ ਵਰਗ ਦੀ ਤਸੱਲੀ ਵਾਸਤੇ ਅੰਗਰੇਜ਼ੀ ਦੀ ਜਗ੍ਹਾ ਹਿੰਦੀ ਨੂੰ ਕੌਮੀ ਸੰਪਰਕ ਭਾਸ਼ਾ ਦਾ ਰੁਤਬਾ ਦੇਣ ਦੀ ਮੱਦ ਤਾਂ ਸ਼ਾਮਲ ਕਰ ਲਈ ਗਈ, ਪਰੰਤੂ ਪੰਜਾਬ ਅੰਦਰ ਮਾਂ ਬੋਲੀ ਪੰਜਾਬੀ ਨੂੰ ਇਸ ਦਾ ਬਣਦਾ ਸਥਾਨ ਤੇ ਮਾਣ ਸਤਿਕਾਰ ਦੇਣ ਬਾਰੇ ਇੱਕ ਸ਼ਬਦ ਤੱਕ ਲਿਖਣਾ ਜ਼ਰੂਰੀ ਨਾ ਸਮਝਿਆ ਗਿਆ। ਹਿੰਦੂ ਸ਼ਕਤੀਆਂ ਦੀ ਨਾਰਾਜ਼ਗੀ ਦੇ ਡਰੋਂ ਅਕਾਲੀ ਲੀਡਰਸ਼ਿਪ ਮਾਂ ਬੋਲੀ ਪੰਜਾਬੀ ਦੇ ਭਲੇ ਤੇ ਸੇਵਾ ਹਿੱਤ ਸਰਕਾਰੀ ਪੱਧਰ ਤੇ ਕੋਈ ਅਸਰਦਾਰ ਕਦਮ ਉਠਾਉਣ ਦੀ ਜੁਰਤ ਨਾ ਕਰ ਸਕੀ। ਪੰਜਾਬ ਅੰਦਰ ਹਰ ਪੱਧਰ ਉੱਤੇ ਅਤੇ ਹਰ ਖੇਤਰ ਅੰਦਰ ਪੰਜਾਬੀ ਲਾਜ਼ਮੀ ਵਰਤੋਂ ਯਕੀਨੀ ਬਣਾਉਣ ਲਈ ਅਨੇਕਾਂ ਕਦਮ ਪੁੱਟਣ ਵਾਲੇ ਪਏ ਸਨ, ਪਰ ਅਕਾਲੀ ਲੀਡਰਸ਼ਿਪ ਨੇ ਇਸ ਬਾਰੇ ਕਈ ਮਹੀਨੇ ਘੇਸਲ ਮਾਰੀ ਰੱਖੀ। ਅਖੀਰ ਨੂੰ ਅਕਾਲੀ ਦਲ ਦੇ ਅੰਦਰੋਂ ਕੁਝ ਤਾਕਤਾਂ, ਖਾਸ ਕਰਕੇ ਮਾਸਟਰ ਧੜੇ ਨਾਲ ਸੰਬੰਧਿਤ ਵਿਅਕਤੀਆਂ, ਸਰਦਾਰ ਆਤਮਾ ਸਿੰਘ ਆਦ ਦੇ ਜ਼ੋਰਦਾਰ ਦਬਾਅ ਸਦਕਾ ਗੁਰਨਾਮ ਸਿੰਘ ਦੀ ਵਜ਼ਾਰਤ ਨੇ ਬੇਦਲੀ ਨਾਲ 2 ਜੁਲਾਈ 1969 ਨੂੰ ਪੰਜਾਬ ਦੇ ਵਿਦਿਅਕ ਖੇਤਰ ਅੰਦਰ ਦੇਸ਼ ਵਿੱਚ ਪ੍ਰਚਲਿਤ 3 ਭਾਸ਼ਾਈ ਫਾਰਮੂਲੇ ਨੂੰ ਲਾਗੂ ਕਰਨ ਦਾ ਫੈਸਲਾ ਲੈ ਲਿਆ। ਇਸ ਫੈਸਲੇ ਦੇ ਲਾਗੂ ਹੋਣ ਨਾਲ ਪੰਜਾਬ ਦੇ ਸਭਨਾਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅੰਦਰ ਪੰਜਾਬੀ ਦੀ ਪਹਿਲੀ ਭਾਸ਼ਾ ਵਜੋਂ ਪੜ੍ਹਾਈ ਲਾਜ਼ਮੀ ਹੋ ਜਾਣੀ ਸੀ ਅਤੇ ਹਰ ਪੱਧਰ ਤੇ ਵਿੱਦਿਆ ਦਾ ਮਾਧਿਅਮ ਪੰਜਾਬੀ ਹੋ ਜਾਣਾ ਸੀ। ਪਰ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਅਜਿਹਾ ਉਪੱਦਰ ਕਿਵੇਂ ਸਹਿਣ ਕਰ ਸਕਦੀਆਂ ਸਨ? ਉਹ ਇਸ ਫੈਸਲੇ ਵਿਰੁੱਧ ਇੱਕਦਮ ਹਰਕਤ ਵਿੱਚ ਆ ਗਈਆਂ। ਸਾਰੇ ਹਿੰਦੂ ਸੰਗਠਨਾਂ ਨੇ ਰਲ ਕੇ ਅੰਮ੍ਰਿਤਸਰ ਵਿਖੇ ਹਿੰਦੀ ਰੱਖਿਆ ਸੰਮੇਲਨ ਸੱਦ ਲਿਆ, ਜਿੱਥੇ ਪੰਜਾਬ ਅੰਦਰ ਹਿੰਦੀ ਦੀ ਰੱਖਿਆ ਕਰਨ ਲਈ ਕੱਟ ਮਰਨ ਦੇ ਵਚਨ ਦ੍ਰਿੜਾਏ ਗਏ। ਹਿੰਦੂ ਤਾਕਤਾਂ ਪੰਜਾਬ ਅੰਦਰ 3 ਭਾਸ਼ਾਈ ਫਾਰਮੂਲੇ ਨੂੰ ਰੱਦ ਕਰਕੇ ਸੱਚਰ ਫਾਰਮੂਲੇ ਨੂੰ ਹੀ ਜਾਰੀ ਰੱਖਣ ਦੀ ਮੰਗ ਕਰਦੀਆਂ ਸਨ, ਤਾਂ ਜੋ ਉਹ ਆਪਣੇ ਹਿੰਦੂ ਗਲਬੇ ਹੇਠਲੇ ਪ੍ਰਾਈਵੇਟ ਸਕੂਲਾਂ ਅੰਦਰ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦੀ ਪ੍ਰਚਲਿਤ ਫਿਰਕੂ ਰੀਤ ਨੂੰ ਨਿਰਵਿਘਨ ਜਾਰੀ ਰੱਖ ਸਕਣ। ਸੋ ਹਿੰਦੀ ਦੀ ਰੱਖਿਆ ਤੋਂ
ਹਿੰਦੂਵਾਦੀ ਤਾਕਤਾਂ ਦੀ ਮੁਰਾਦ ਪੰਜਾਬੀ ਬੋਲੀ ਦੇ ਵਿਕਾਸ ਦਾ ਗਲਾ ਘੁੱਟ ਦੇਣਾ ਸੀ। ਅਕਾਲੀ ਲੀਡਰਸ਼ਿਪ ਅੰਦਰ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੀ ਇਸ ਫਿਰਕੂ ਸੋਚ ਤੇ ਰੁਚੀ ਵਿਰੁੱਧ ਡਟਣ ਜੋਗਰੀ ਨਾ ਹਿੰਮਤ ਸੀ ਤੇ ਨਾ ਹੀ ਰਾਜ ਸੀ ਇੱਛਾ। ਮੁੱਖ ਮੰਤਰੀ ਸਰਦਾਰ ਗੁਰਨਾਮ ਸਿੰਘ ਨੇ ਫਿਰਕੂ ਸ਼ਕਤੀਆਂ ਦੇ ਦਬਾਅ ਅੱਗੇ ਝੁਕਦਿਆਂ ਹੋਇਆਂ 14ਵੇਂ ਹੀ ਦਿਨ 15 ਜੁਲਾਈ ਨੂੰ ਇਹ ਕਾਇਰਤਾ ਭਰਿਆ ਐਲਾਨ ਕਰ ਦਿੱਤਾ ਕਿ ਰਾਜ ਦੀ ਏਕਤਾ, ਸਦਭਾਵਨਾਵਾਂ ਅਤੇ ਸ਼ੁਭ ਕਾਮਨਾ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਅੰਦਰ ਪੜ੍ਹਾਈ ਦੇ ਮਾਧਿਅਮ ਬਾਰੇ ਪਹਿਲਾਂ ਵਾਲੀ ਹਾਲਤ ਬਰਕਰਾਰ ਰਹੇਗੀ। ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੇ ਇਸ ਐਲਾਨ ਦੇ ਬਾਅਦ ਵੀ ਅਕਾਲੀ ਲੀਡਰਸ਼ਿਪ ਉੱਤੇ ਲਗਾਤਾਰ ਦਬਾਅ ਪਾਈ ਰੱਖਣ ਦੀ ਨੀਤ ਨਾਲ ਹਿੰਦੀ ਦੇ ਹਿੱਤਾਂ ਦੀ ਰੱਖਿਆ ਦਾ ਸ਼ੋਰ ਪਾਉਣਾ ਜਾਰੀ ਰੱਖਿਆ। 21 ਜੁਲਾਈ ਨੂੰ ਜਦ ਸਰਦਾਰ ਗੁਰਨਾਮ ਸਿੰਘ ਨੇ ਆਪਣੀ ਵਜ਼ਾਰਤ ਵਿੱਚ ਵਾਧਾ ਕਰਕੇ ਹਿੰਦੂਵਾਦੀ ਤਾਕਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਨਸੰਘ ਦੇ ਸ਼੍ਰੀਮਾਨ ਮਨਮੋਹਨ ਕਾਲੀਆ ਨੇ ਇਹ ਕਹਿੰਦਿਆਂ ਹੋਇਆਂ ਅਹੁਦੇ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੀ ਤਸੱਲੀ ਮੁਤਾਬਕ ਪ੍ਰਾਈਵੇਟ ਸਕੂਲਾਂ ਅੰਦਰ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਰਹੀ। ਉਸਨੇ ਆਪਣੀ ਪੂਰੀ ਤਸੱਲੀ ਹੋ ਜਾਣ ਤੋਂ ਬਾਅਦ ਹੀ 17 ਸਤੰਬਰ ਨੂੰ ਅਹੁਦੇ ਦੀ ਸਹੁੰ ਚੁੱਕੀ। ਇਸੇ ਦੌਰਾਨ ਸਰਦਾਰ ਗੁਰਨਾਮ ਸਿੰਘ ਤੇ ਸੰਤ ਫਤਿਹ ਸਿੰਘ ਵਿਚਕਾਰ ਟਕਰਾਓ ਪੈਦਾ ਹੋ ਜਾਣ ਸਦਕਾ 5 ਮਾਰਚ 1970 ਨੂੰ ਸਰਦਾਰ ਗੁਰਨਾਮ ਸਿੰਘ ਦੀ ਜਗ੍ਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਵਿਧਾਇਕ ਦਲ ਦਾ ਆਗੂ ਥਾਪ ਦਿੱਤਾ ਗਿਆ। ਅਤੇ ਅਗਲੇ ਹੀ ਦਿਨ ਉਸਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਸੰਭਾਲਦਿਆਂ ਹੀ ਹਿੰਦੂ ਵਰਗ ਨੂੰ ਰਿਝਾਉਣ ਲਈ ਉਸ ਨੂੰ ਗੈਰ ਵਾਜਬ ਰਿਆਇਤਾਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸਰਦਾਰ ਬਾਦਲ ਨੇ ਆਪਣੀ ਸਰਕਾਰ ਦੀਆਂ ਤਰਜੀਹਾਂ ਨੂੰ ਦਰਸਾਉਂਦਾ ਜੋ 11 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ, ਉਸ ਉੱਤੇ ਨਵੀਂ ਅਕਾਲੀ ਲੀਡਰਸ਼ਿਪ ਦੇ ਜਮਾਤੀ ਚਰਿੱਤਰ ਤੇ ਰਾਜਨੀਤਿਕ ਵਿਚਾਰਧਾਰਾ ਦੀ ਗੂੜੀ ਛਾਪ ਦੇਖੀ ਜਾ ਸਕਦੀ ਹੈ। 11 ਨੁਕਾਤੀ ਪ੍ਰੋਗਰਾਮ ਦਾ ਆਗਾਜ਼ ਹੀ ਪੰਜਾਬੀ ਬੋਲੀ ਦੇ ਹਿੱਤਾਂ ਦੀ ਬਲੀ ਦੇਣ ਨਾਲ ਹੁੰਦਾ ਹੈ। ਪਹਿਲੇ ਹੀ ਨੁਕਤੇ ਵਿੱਚ ਅਕਾਲੀ ਦਲ ਨੇ ਤੇ ਜਨਸੰਘ ਦੀ ਤਾਲਮੇਲ ਕਮੇਟੀ ਦੁਆਰਾ 13 ਮਾਰਚ 1970 ਨੂੰ ਸਹੀਬੰਦ ਕੀਤੇ ਗਏ ਭਾਸ਼ਾਈ ਸਮਝੌਤੇ ਦੀ ਉਸ ਮੱਦ ਨੂੰ ਲਾਗੂ ਕਰਨ ਦਾ ਵਚਨ ਦ੍ਰਿੜਾਇਆ ਗਿਆ, ਜਿਸ ਅਨੁਸਾਰ ਪੰਜਾਬ ਅੰਦਰ ਤਕਨੀਕੀ ਨੌਕਰੀਆਂ ਹਾਸਲ ਕਰਨ ਲਈ 10ਵੀਂ ਤੱਕ ਪੰਜਾਬੀ ਪਾਸ ਕਰਨ ਦੀ ਜ਼ਰੂਰੀ ਸ਼ਰਤ ਖਤਮ ਕਰ ਦਿੱਤੀ ਗਈ। ਦੂਜੇ ਨੁਕਤੇ ਅੰਦਰ ਪੰਜਾਬੀ ਨੂੰ ਰਾਜ ਭਾਸ਼ਾ ਅਤੇ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਵਿਕਸਿਤ ਕਰਨ ਦੀ ਧਾਰਨਾ ਦੁਹਰਾਈ ਗਈ। ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਹਿੰਦੀ ਨੂੰ ਕੌਮੀ ਭਾਸ਼ਾ ਵਜੋਂ ਵਿਕਸਿਤ ਕਰਨ ਦਾ ਫਾਨਾ ਸਪਸ਼ਟ ਤੌਰ ਤੇ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੀ ਪੰਜਾਬੀ ਦੇ ਪੈਰਾਂ ਨੂੰ ਜੂੜ ਮਾਰਨ ਦੀ ਘਿਨਾਉਣੀ ਚਾਲ ਸੀ। ਭਾਰਤ ਦੇ ਹੋਰ ਕਿਸੇ ਵੀ ਗੈਰ ਹਿੰਦੀ ਭਾਸ਼ਾਈ ਰਾਜ ਅੰਦਰ ਹਿੰਦੀ ਨੂੰ ਇਸ ਤਰ੍ਹਾਂ ਰਾਜ ਭਾਸ਼ਾ ਦੀ ਸੌਂਕਣ ਬਣਾ ਕੇ ਘਰੇ ਲਿਆ ਵਾੜਨ ਦੀ ਕੋਈ ਮਿਸਾਲ ਨਹੀਂ ਮਿਲਦੀ। ਅਕਾਲੀ ਲੀਡਰਸ਼ਿਪ ਦੁਆਰਾ ਹਿੰਦੀ ਦੇ ਮਸਲੇ ਤੇ ਹਿੰਦੂ ਫਿਰਕਾ ਪ੍ਰਸਤ ਸ਼ਕਤੀਆਂ ਦੇ ਦਬਾਅ ਹੇਠ ਆ ਜਾਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਉਹ ਭਾਰਤੀ ਹਾਕਮਾਂ ਦੀਆਂ ਕੌਮੀ ਭਾਸ਼ਾ ਦੇ ਪੱਜ ਹਿੰਦੀ ਨੂੰ ਸਾਰੇ ਦੇਸ਼ ਦੇ ਲੋਕਾਂ ਉੱਤੇ ਥੋਪਣ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਕੰਮ ਕਰਦੇ ਫਿਰਕੂ ਮਨਸੂਬਿਆਂ ਬਾਰੇ ਸੁਚੇਤ ਨਹੀਂ ਸੀ। ਅਸਲ ਵਿੱਚ ਨਾ ਸਿਰਫ ਅਕਾਲੀ ਲੀਡਰਸ਼ਿਪ ਨੂੰ ਸਗੋਂ ਆਮ ਰੂਪ ਵਿੱਚ ਹੀ ਸਿੱਖ ਬੁੱਧੀਮਾਨ ਵਰਗ ਨੂੰ ਕਿਸੇ ਬਹੁ ਕੌਮੀ ਤੇ ਬਹੁ ਭਾਸ਼ਾਈ ਮੁਲਕ ਅੰਦਰ ਸੰਪਰਕ ਜਾਂ ਕੌਮੀ ਭਾਸ਼ਾ ਦੀ ਚੋਣ ਨਾਲ ਜੁੜੀਆਂ ਭਾਸ਼ਾਈ ਤੇ ਰਾਜਨੀਤਿਕ ਉਲਝਣਾਂ ਬਾਰੇ ਲੋੜੀਂਦੀ ਹੱਦ ਤੱਕ ਸਿਧਾਂਤਕ ਸੋਝੀ ਤੇ ਸਪਸ਼ਟਤਾ ਨਹੀਂ ਸੀ। ਮੁੱਢ ਕਦੀਮ ਤੋਂ ਹੀ ਜਾਬਰ ਹੁਕਮਰਾਨ ਵਰਗਾਂ ਵੱਲੋਂ ਭਾਸ਼ਾ ਦੀ ਦਾਬੇ ਤੇ ਗਲਬੇ ਦੇ ਹਥਿਆਰ ਵਜੋਂ ਵਰਤੋਂ ਕੀਤੀ ਜਾਂਦੀ ਰਹੀ ਹੈ। ਬਸਤੀਵਾਦੀ ਦੌਰ ਅੰਦਰ ਬਸਤੀਆਨਾ ਤਾਕਤਾਂ ਨੇ ਹਰ ਜਗ੍ਹਾ ਹੀ ਗੁਲਾਮ ਲੋਕਾਂ ਦੀ ਭਾਸ਼ਾ ਨੂੰ ਦਬਾ ਕੇ ਰੱਖਣ ਅਤੇ ਉਹਨਾਂ ਉੱਤੇ ਜਬਰਨ ਆਪਣੀ ਭਾਸ਼ਾ ਮੜਨ ਦੀਆਂ ਕੋਸ਼ਿਸ਼ਾਂ ਨੂੰ ਬਸਤੀਆਨਾ ਨੀਤੀ ਦਾ ਅਹਿਮ ਅੰਗ ਬਣਾਇਆ।
ਬਸਤੀਵਾਦੀ ਦੌਰ ਦੇ ਖਾਤਮੇ ਤੋਂ ਬਾਅਦ ਜ਼ਿਆਦਾਤਰ ਮਾਮਲਿਆਂ 'ਚ ਆਜ਼ਾਦ ਹੋਏ ਮੁਲਕਾਂ ਅੰਦਰ ਗੋਰੇ ਹਾਕਮਾਂ ਦੀ ਜਗ੍ਹਾ ਲੈਣ ਵਾਲੇ ਕਾਲੇ ਭੂਰੇ ਹਾਕਮਾਂ ਨੇ ਬਸਤੀਆਨਾ ਦੌਰ ਦੀਆਂ ਇਹਨਾਂ ਰੀਤਾਂ ਦਾ ਫਸਤਾ ਵੱਢ ਸੁੱਟਣ ਦੀ ਬਜਾਏ ਤੱਤ ਰੂਪ ਵਿੱਚ ਇਹਨਾਂ ਨੂੰ ਜਾਰੀ ਰੱਖਣ ਦਾ ਰੁਖ ਅਪਣਾਇਆ। ਇਸ ਮਾਮਲੇ 'ਚ ਭਾਰਤੀ ਹਾਕਮਾਂ ਦਾ ਨੰਬਰ ਸਭ ਤੋਂ ਉੱਪਰ ਹੈ। ਭਾਰਤ ਅੰਦਰ ਸੱਭਿਆਚਾਰਕ ਵੰਨ ਸੁਵੰਨਤਾ ਨੂੰ ਖਤਮ ਕਰਕੇ ਸੱਭਿਆਚਾਰਕ ਇਕਸਾਰਤਾ ਲਿਆਉਣ ਦਾ ਸੁਪਨਾ ਭਾਰਤ ਦੇ ਹਿੰਦੂ ਆਗੂਆਂ ਦੇ ਮਨਾਂ ਅੰਦਰ 19ਵੀਂ ਸਦੀ ਅੰਦਰ ਹੀ ਜਨਮ ਲੈ ਚੁੱਕਾ ਸੀ। ਉਹਨਾਂ ਉਦੋਂ ਤੋਂ ਹੀ ਇਸ ਦਿਸ਼ਾ ਵੱਲ ਯਤਨ ਜਟਾਉਣੇ ਸ਼ੁਰੂ ਕਰ ਦਿੱਤੇ ਹੋਏ ਸਨ। ਆਜ਼ਾਦੀ ਤੋਂ ਬਾਅਦ ਰਾਜ ਭਾਗ ਦੇ ਮਾਲਕ ਬਣ ਜਾਣ ਨਾਲ ਉਹਨਾਂ ਦੀ ਇਹ ਤਾਂਘ ਉਨਮਾਦ ਦਾ ਰੂਪ ਧਾਰਨ ਕਰ ਗਈ। ਉਹਨਾਂ ਦੇ ਸਮੁੱਚੇ ਦੇਸ਼ ਨੂੰ ਇੱਕੋ ਸਾਂਝੇ ਹਿੰਦੀ ਸੱਭਿਆਚਾਰ ਵਿੱਚ ਰੰਗਣ ਲਈ ਵਿਆਪਕ ਪੱਧਰ ਤੇ ਨੀਤੀਆਂ ਘੜਨੀਆਂ ਤੇ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਪਰਕ ਤੇ ਕੌਮੀ ਭਾਸ਼ਾ ਦੇ ਨਾਂ ਹੇਠ ਹਿੰਦੀ ਦਾ ਸਾਰੇ ਦੇਸ਼ ਅੰਦਰ ਬੋਲਬਾਲਾ ਕਾਇਮ ਕਰਨਾ ਉਹਨਾਂ ਦੀ ਇੱਕ ਫਿਰਕੂ ਮਨਸੂਬਾਬੰਦੀ ਦੀ ਅਹਿਮ ਕੜੀ ਸੀ। ਮਸਲਾ ਹਿੰਦੀ ਬਨਾਮ ਅੰਗਰੇਜ਼ੀ ਦਾ ਬਣ ਜਾਣ ਕਰਕੇ ਅਤੇ ਦੇਸ਼ ਦੇ ਲੋਕਾਂ ਦੇ ਮਨਾਂ ਅੰਦਰ ਅੰਗਰੇਜ਼ ਵਿਰੋਧੀ ਭਾਵਨਾਵਾਂ ਮਜ਼ਬੂਤ ਹੋਣ ਕਰਕੇ ਭਾਰਤੀ ਹਾਕਮਾਂ ਲਈ ਆਪਣੀ ਇਸ ਫਿਰਕੂ ਤਰਜੀਬ ਉੱਤੇ ਦੇਸ਼ ਭਗਤੀ ਦਾ ਮੁਲੰਮਾ ਚਾੜਨਾ ਆਸਾਨ ਹੋ ਗਿਆ। ਇਸ ਤਰ੍ਹਾਂ ਦੱਖਣੀ ਰਾਜਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਹਿੰਦੀ ਨਿਵਾਜ਼ ਤਾਕਤਾਂ ਵਿਧਾਨ ਸਾਜ ਅਸੈਂਬਲੀ ਅੰਦਰ 14 ਸਤੰਬਰ 1950 ਹਿੰਦੀ ਨੂੰ ਸੰਪਰਕ ਭਾਸ਼ਾ ਬਣਾਉਣ ਸੰਬੰਧੀ ਮਤਾ ਪਾਸ ਕਰਾਉਣ ਵਿੱਚ ਸਫਲ ਹੋ ਗਿਆ। ਇਸ ਅਤੀ ਅਹਿਮ ਮਸਲੇ ਬਾਰੇ ਆਮ ਸਿਧਾਂਤਕ ਸੂਝ ਤੇ ਰਾਜਸੀ ਜਾਗਰੂਕਤਾ ਦੀ ਘਾਟ ਕਰਕੇ ਸਿੱਖ ਕੌਮ ਆਪ ਭਾਰਤੀ ਹਾਕਮਾਂ ਦੀ ਇਸ ਫਿਰਕੂ ਮਨਸੂਬਾਬੰਦੀ ਪਿੱਛੇ ਕੰਮ ਕਰਦੀ ਸੋਚ ਤੇ ਭਾਵਨਾ ਨੂੰ ਬੁੱਝਣ ਵਿੱਚ ਬੁਰੀ ਤਰ੍ਹਾਂ ਖਤਾ ਖਾ ਗਈ। ਸਿੱਖ ਕੌਮ ਅੰਦਰਲੇ ਕਿਸੇ ਵੀ ਵਰਗ ਜਾਂ ਵਿਅਕਤੀ ਵੱਲੋਂ ਹਿੰਦੀ ਨੂੰ ਸੰਪਰਕ ਭਾਸ਼ਾ ਬਣਾਏ ਜਾਣ ਦੀ ਚਾਲ ਦੇ ਫਿਰਕੂ ਰਾਜਸੀ ਤੱਤ ਨੂੰ ਪਛਾਣਨ, ਇਸ ਦੇ ਸਿੱਖ ਕੌਮ ਦੀ ਹੋਣੀ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦਾ ਸਹੀ ਅਨੁਮਾਨ ਲਾ ਸਕਣ ਅਤੇ ਇਸ ਬਾਰੇ ਸਿੱਖ ਨੂੰ ਜਾਂ ਸਿੱਖ ਕੌਮ ਨੂੰ ਵੇਲੇ ਸਿਰ ਖਬਰਦਾਰ ਕਰਨ ਦੀ ਕੋਈ ਵੀ ਉਤਸ਼ਾਹੀ ਉਦਾਹਰਣ ਨਹੀਂ ਮਿਲਦੀ। ਜਦ ਸਰਦਾਰ ਕਪੂਰ ਸਿੰਘ ਨੇ ਕਾਫੀ ਪਛੜ ਕੇ ਇਸ ਮਾਮਲੇ ਬਾਰੇ ਦਰੁਸਤ ਸਿਧਾਂਤਕ ਸਮਝ ਉਭਾਰਨ ਦੀ ਸ਼ੁਭ ਪਹਿਲ ਕਦਮੀ ਕੀਤੀ ਤਾਂ ਸਿੱਖ ਕੌਮ ਅੰਦਰਲੇ ਬੌਧਿਕ ਤੇ ਰਾਜਸੀ ਹਲਕਿਆਂ ਨੇ ਇਸ ਨੂੰ ਉੱਕਾ ਹੀ ਅਣਗੌਲਿਆਂ ਕਰ ਦਿੱਤਾ। ਸਰਦਾਰ ਕਪੂਰ ਸਿੰਘ ਨੇ 1969 ਵਿੱਚ ਚੰਡੀਗੜ੍ਹ ਵਿਖੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੂਰੀ ਸਪਸ਼ਟਤਾ ਤੇ ਧੜੱਲੇ ਨਾਲ ਇਹ ਗੱਲ ਆਖੀ ਕਿ ਹਿੰਦੀ ਪ੍ਰਵਾਨਿਤ ਅਰਥਾਂ ਵਿੱਚ ਕੋਈ ਭਾਸ਼ਾ ਨਹੀਂ ਬਣਦੀ। ਇਹ ਹਿੰਦੂ ਸਿਆਸਤਦਾਨਾਂ ਦੇ ਇੱਕ ਵਰਗ ਜੋ ਸਮੁੱਚੇ ਦੇਸ਼ ਅੰਦਰ ਇੱਕੋ ਸੱਭਿਆਚਾਰਕ ਸਾਂਚਾ ਸਿਰਜਣ ਦੀ ਤਮੰਨਾ ਰੱਖਦਾ ਹੈ ਦੁਆਰਾ ਘੜਿਆ ਗਿਆ ਇੱਕ ਹਥਿਆਰ ਹੈ ਜੋ ਇੱਕ ਸਿੱਖਾਂ ਦੇ ਹਿੱਤਾਂ ਦੇ ਕਿਸੇ ਵੀ ਤਰ੍ਹਾਂ ਅਨੁਕੂਲ ਨਹੀਂ ਹੈ। ਹਿੰਦੀ ਦੇ ਮਸਲੇ ਪ੍ਰਤੀ ਦਰੁਸਤ ਪਹੁੰਚ ਨਾ ਅਪਣਾ ਸਕਣ ਦੀ ਸਿਧਾਂਤਕ ਉਕਾਈ ਨਾਲੋਂ ਵੀ ਵੱਧ ਗੰਭੀਰ ਗੱਲ ਇਹ ਸੀ ਤੇ ਹੈ ਕਿ ਪੰਜਾਬੀ ਸੂਬੇ ਦੀ ਸਥਾਪਨਾ ਲਈ ਸਿਰੜੀ ਅੰਦੋਲਨ ਲੜਨ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਅੰਦਰ ਜਾਂ ਆਮ ਰੂਪ ਵਿੱਚ ਹੀ ਸਿੱਖ ਬੌਧਿਕ ਭਾਈਚਾਰੇ ਅੰਦਰ ਕੌਮੀ ਉਸਾਰੀ ਦੇ ਅਮਲ ਵਿੱਚ ਮਾਂ ਬੋਲੀ ਦੀ ਕੁੰਜੀਵਤ ਭੂਮਿਕਾ ਬਾਰੇ ਉਹ ਸਿਧਾਂਤਕ ਸਪਸ਼ਟਤਾ ਤੇ ਚੇਤਨਤਾ ਨਹੀਂ ਜੋ ਕਿਸੇ ਕੌਮੀ ਲਹਿਰ ਦੀਆਂ ਆਗੂ ਸਫਾਂ ਪੱਲੇ ਲਾਜ਼ਮੀ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਇੱਕ ਮਾਤਰ ਹਾਂ ਬਖੀ ਉਦਾਹਰਣ ਸਰਦਾਰ ਖੁਸ਼ਵੰਤ ਸਿੰਘ ਦੀ ਹੈ, ਜਿਸ ਨੇ ਇੱਕ ਮੌਕੇ ਇੱਕ ਵਕਤੀਰੋਂ ਅਧੀਨ ਪੰਜਾਬੀ ਬੋਲੀ ਦੇ ਵਿਕਾਸ ਦੀ ਲੋੜ ਤੇ ਮਹੱਤਤਾ ਬਾਰੇ ਦਰੁਸਤ ਸਿਧਾਂਤਕ ਦ੍ਰਿਸ਼ਟੀਕੋਣ ਉਭਾਰਿਆ। 60ਵਿਆਂ 'ਚ ਜਦ ਸਰਦਾਰ ਖੁਸ਼ਵੰਤ ਸਿੰਘ ਸਿੱਖਾਂ ਦੇ ਇਤਿਹਾਸ ਬਾਰੇ ਆਪਣੀ ਬੌਧਿਕ ਕਿਰਤ ਤੇ ਰਚਨਾ ਅਮਲ ਚੋਂ ਹੀ ਗੁਜ਼ਰ ਰਿਹਾ ਸੀ ਤਾਂ ਉਹ ਸਿੱਖ ਕੌਮ ਦੀ ਤਤਕਾਲੀ ਦਸ਼ਾ ਵੱਲ ਦੇਖ ਕੇ ਡਾਢਾ ਫਿਕਰਮੰਦ ਹੋ ਉੱਠਿਆ। ਸਿੱਖ ਪੰਥ ਦੇ ਮੁੜ ਹਿੰਦੂ ਧਾਰਾ ਅੰਦਰ ਜਜ਼ਬ ਹੋ ਜਾਣ ਦੇ ਮੂੰਹ ਜ਼ੋਰ ਰੁਝਾਨ ਨੂੰ ਦੇਖਦਿਆਂ ਹੋਇਆਂ ਉਸ ਦੇ ਮਨ ਅੰਦਰ ਇੱਕ ਵਰਿਆਮ ਕੌਮ ਦੇ ਇਤਿਹਾਸ
ਦੇ ਪੱਤਰਿਆਂ ਚੋਂ ਅਲੋਪ ਹੋ ਜਾਣ ਦਾ ਹਕੀਕੀ ਡਰ ਤੇ ਤੌਖਲਾ ਪੈਦਾ ਹੋ ਗਿਆ। ਉਸ ਦਾ ਇਹ ਦ੍ਰਿੜ ਅਕੀਦਾ ਸੀ ਕਿ ਇਸ ਮੰਦ ਹੋਣੀ ਤੋਂ ਬਚਣ ਦਾ ਇੱਕਮਾਤਰ ਉਪਾਅ ਭਾਰਤੀ ਗਣਰਾਜ ਦੇ ਅੰਦਰ ਸਿੱਖਾਂ ਦੇ ਇੱਕ ਅਜਿਹੇ ਖੁਦ ਮੁਖਤਿਆਰ ਸੂਬੇ ਦੀ ਸਥਾਪਨਾ ਕਰਨਾ ਹੈ, ਜਿੱਥੇ ਸਿੱਖ ਬੱਚਿਆਂ ਨੂੰ ਗੁਰਮੁਖੀ ਲਿਪੀ ਵਿੱਚ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਕਰਵਾਈ ਜਾਵੇ ਅਤੇ ਜਦੋਂ ਵੱਡੇ ਹੋਣ ਤਾਂ ਉਹਨਾਂ ਨੂੰ ਖਾਲਸਾਈ ਰਵਾਇਤਾਂ ਦੀ ਗੁੜਤੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਸਿੱਖੀ ਦੇ ਚਿੰਨ੍ਹਾਂ ਦੀ ਰੱਖਿਆ ਲਈ ਸ਼ਹੀਦ ਹੋਏ ਹਜ਼ਾਰਾਂ ਸ਼ਹੀਦਾਂ ਦੀ ਉਸ ਵੀਰਤਾ ਦੇ ਕਿੱਸੇ ਸੁਣਾਏ ਜਾਣ, ਜਿਨ੍ਹਾਂ ਸਦਕਾ ਸਿੱਖ ਰਾਜ ਦਾ ਸੂਰਜ ਉਦੇ ਹੋਇਆ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।